ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਰਾਜਧਾਨੀ ਹਮਲੇ ਦੇ ਲਈ ਰਿਪਬਲਿਕਨਾਂ ਤੇ ਨਾਰਾਜ਼ ਕਿਹਾ, ਆਉਣੀ ਚਾਹੀਦੀ ਹੈ ਸ਼ਰਮ। ਅਮਰੀਕਾ ਦੀ ਗ੍ਰੈਂਡ ਜਿਊਰੀ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗਵਾਹੀ ਦੇਣ ਦੇ ਲਈ ਕੀਤਾ ਤਲਬ। ਅਮਰੀਕਾ ਦੇ ਘੱਟ ਆਮਦਨ ਵਾਲਿਆਂ ਨੂੰ ਗੱਫੇ ਵੰਡਣ ਦੇ ਰੌ ਵਿੱਚ ਬਾਈਡਨ। ਅਮਰੀਕਾ 'ਚ ਵਾਪਰਿਆ ਕਾਰ ਹਾਦਸਾ, ਭਾਰਤੀ ਵਿਦਿਆਰਥਣ ਗੰਭੀਰ ਜ਼ਖਮੀ। ਆਖਰ ਕਿਵੇਂ ਫੈਲਿਆ ਸੀ ਕਰੋਨਾ, ਅਮਰੀਕਾ 'ਚ ਖੁੱਲੇਗਾ ਰਾਜ਼, ਪ੍ਰਤੀਨਿਧਤ ਸਭਾ ਨੇ ਦਿੱਤੀ ਮਨਜ਼ੂਰੀ। ਵਿਦੇਸ਼ ਵਿੱਚ ਵਸਣ ਵਾਲਿਆਂ ਤੇ ਹੈ ਭਾਰਤੀ ਪ੍ਰਧਾਨ ਮੰਤਰੀ ਦੀ ਨਜ਼ਰ, ਬੁਲਾਇਆ ਜਾ ਸਕਦਾ ਹੈ ਕਈਆਂ ਨੂੰ ਵਾਪਸ। ਅਮਰੀਕਾ 'ਚ ਪੁਲਿਸ ਨਾਲ ਹੋਏ ਮੁਕਾਬਲੇ ਦੇ ਦੌਰਾਨ ਸ਼ੱਕੀ ਦੀ ਮੌਤ, 3 ਪੁਲਿਸ ਅਫਸਰ ਜ਼ਖਮੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਬੁੱਧਵਾਰ ਨੂੰ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਤੇ ਨਿਸ਼ਾਨਾ ਸਾਧਿਆ। ਦਰਅਸਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਭੀੜ ਨੇ 6 ਜਨਵਰੀ 2021 ਨੂੰ ਇਸ ਤੇ ਹਮਲਾ ਕੀਤਾ ਸੀ। ਹਿਲਤੇ ਔਰ ਇਹ ਦੋਸ਼ ਹੈ ਕਿ ਫੋਕਸ ਨਿਊਜ਼ ਨੇ ਇਸ ਦੀ ਗੰਭੀਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੇ ਬਾਈਡਨ ਨੂੰ ਗੁੱਸਾ ਆ ਗਿਆ ਹੈ। ਬਾਈਡਨ ਨੇ ਬੁੱਧਵਾਰ ਨੂੰ ਕਿਹਾ ਕਿ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। 6 ਜਨਵਰੀ ਦੀ ਉਸ ਘਟਨਾ ਵਿੱਚ 140 ਤੋਂ ਬਾਅਦ ਅਧਿਕਾਰੀ ਜ਼ਖਮੀ ਹੋਏ ਸੀ। ਮੈਂ ਪਹਿਲਾਂ ਵੀ ਕਿਹਾ ਕਿ ਕਿਸੇ ਦੀ ਹਿੰਮਤ ਕਿਵੇਂ ਹੋਈ, ਬਾਈਡਨ ਨੇ ਟਵੀਟ ਕੀਤਾ। ਮੈਨੂੰ ਉਮੀਦ ਹੈ ਕਿ ਰਿਪਬਲਿਕਨ ਸੰਸਦ ਮੈਂਬਰ ਸਾਡੇ ਕਾਨੂੰਨ ਲਾਗੂ ਕਰਨ ਨੂੰ ਕਮਜ਼ੋਰ ਕਰਨ ਲਈ ਕੀਤੇ ਗਏ ਕੰਮਾਂ ਲਈ ਸ਼ਰਮ ਮਹਿਸੂਸ ਕਰਨਗੇ। ਅਮਰੀਕਾ ਦੇ ਨਿਊਯਾਰਕ ਸੂਬੇ ਦੀ ਗ੍ਰੈਂਡ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਲ 2016 ਦੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਉਹਨਾਂ ਦੇ ਨਾਂ ਤੇ ਕੀਤੇ ਗੁਪਤ ਭੁਗਤਾਨ ਦੇ ਮਾਮਲੇ 'ਚ ਗਵਾਹੀ ਦੇਣ ਦੇ ਲਈ ਬੁਲਾਇਆ ਹੈ। ਇਹ ਜਾਣਕਾਰੀ ਨਿਊਯਾਰਕ ਟਾਈਮਜ਼ ਦੇ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਕਿ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਟਰੰਪ ਨੂੰ ਗਵਾਹੀ ਦੇਣ ਦੇ ਲਈ ਕਿਹਾ। ਕਿਸੇ ਗ੍ਰੈਂਡ ਜਿਊਰੀ ਵੱਲੋਂ ਇਸ ਤਰ੍ਹਾਂ ਕਿਸੇ ਨੂੰ ਤਲਬ ਕਰਨ ਤੋਂ ਸਾਫ਼ ਹੈ ਕਿ ਫੈਸਲਾ ਜਲਦੀ ਹੋਣ ਵਾਲਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਸਾਲ 2024 ਦੇ ਲਈ $6009 ਟ੍ਰਿਲੀਅਨ ਦਾ ਭਾਰੀ ਭਰਕਮ ਸਾਲਾਨਾ ਬਜਟ ਪੇਸ਼ ਕੀਤਾ। ਇਸ ਵਿੱਚ ਅਮਰੀਕਾ ਤੇ ਟੈਕਸ ਵਧਾਉਣ ਦੇ ਨਾਲ ਹੀ ਸਮਾਜਿਕ ਉਪਾਵਾਂ ਤੇ ਵੱਡੇ ਪੈਮਾਨੇ ਤੇ ਖਰਚ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਤੇ ਨਿਵੇਸ਼ ਦਾ ਮਤਾ ਹੈ। ਬਜਟ ਤਜਵੀਜ਼ਾਂ ਦੇ ਵਿੱਚ ਸਭ ਤੋਂ ਧਨੀ 0.01% ਪਰਿਵਾਰਾਂ ਤੇ 25% ਘੱਟੋ ਘੱਟ ਟੈਕਸ ਲਗਾਉਣ, ਕਾਰਪੋਰੇਟ ਆਮਦਨ ਕਰ ਦਰ ਨੂੰ 21% ਤੋਂ ਵਧਾ ਕੇ 28% ਕਰਨ ਦਾ ਪ੍ਰਸਤਾਵ ਆਦਿ ਸ਼ਾਮਲ ਹੈ। ਫਿਲਾਡੈਲਫੀਆ ਦੇ ਵਿੱਚ ਇੱਕ ਰੈਲੀ 'ਚ ਬਾਈਡਨ ਨੇ ਕਿਹਾ ਕਿ ਕਿਸੇ ਵੀ ਅਰਬਪਤੀ ਨੂੰ ਇੱਕ ਸਕੂਲੀ ਅਧਿਆਪਕ ਜਾਂ ਤੁਹਾਡੇ ਵਿੱਚ ਕਿਸੇ ਤੋਂ ਘੱਟ ਟੈਕਸ ਦਾ ਭੁਗਤਾਨ ਨਹੀਂ ਕਰਨਾ ਚਾਹੀਦਾ। ਇਸ ਦੇ ਲਈ ਮੇਰੀ ਯੋਜਨਾ ਇਹ ਯਕੀਨੀ ਬਣਾਉਣ ਦੀ ਹੈ ਕਿ ਉਹ ਆਪਣੇ ਵਾਜਬ ਹਿੱਸੇ ਦਾ ਭੁਗਤਾਨ ਕਰਨਾ ਸ਼ੁਰੂ ਕਰ ਦੇਣ। ਉੱਥੇ ਰਿਪਬਲਿਕਨ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਪੇਸ਼ ਕਰਨ ਵਾਲੀ ਭਾਰਤਵੰਸ਼ੀ ਨਿੱਕੀ ਹੇਲੀ ਨੇ ਬਜਟ ਤਜਵੀਜ਼ਾਂ ਲਈ ਉਹਨਾਂ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰਸਤਾਵ ਸਮਾਜਵਾਦੀ ਅਤੇ ਅਮਰੀਕਾ ਲਈ ਆਫਤ ਦੇ ਬਰਾਬਰ ਨੇ। ਆਪਣੇ ਬਜਟ ਪ੍ਰਸਤਾਵ ਵਿੱਚ ਜੋ ਬਾਈਡਨ ਨੇ ਪਾਕਿਸਤਾਨ ਆਰਥਿਕ ਸਹਾਇਤਾ ਕੋਸ਼ ਨੂੰ ਦੁੱਗਣਾ ਕਰਨ ਦਾ ਪ੍ਰਸਤਾਵ ਕੀਤਾ ਹੈ। ਬਜਟ ਵਿੱਚ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ 2024 ਲਈ ਆਰਥਿਕ ਸਹਾਇਤਾ ਕੋਸ਼ ਸ਼੍ਰੇਣੀ ਤਹਿਤ ਪਾਕਿਸਤਾਨ ਨੂੰ $8.2 ਕਰੋੜ ਦੇਣ ਦਾ ਪ੍ਰਸਤਾਵ ਹੈ। 2022 ਵਿੱਚ ਇਹ $3.9 ਕਰੋੜ ਸੀ। ਪਾਕਿਸਤਾਨ ਨੂੰ ਕੌਮਾਂਤਰੀ ਨਸ਼ੀਲੇ ਪਦਾਰਥਾਂ ਅਤੇ ਲਾਅ ਇਨਫੋਰਸਮੈਂਟ ਸ਼੍ਰੇਣੀ ਤਹਿਤ $1.7 ਕਰੋੜ ਅਤੇ ਕੌਮਾਂਤਰੀ ਫੌਜੀ ਸਿੱਖਿਆ ਅਤੇ ਟ੍ਰੇਨਿੰਗ ਸ਼੍ਰੇਣੀ ਤਹਿਤ $35 ਲੱਖ ਪ੍ਰਾਪਤ ਕਰਨ ਦਾ ਵੀ ਪ੍ਰਸਤਾਵ ਹੈ। ਪ੍ਰਸ਼ਾਸਨ ਨੇ US ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਵੱਲੋਂ ਕੌਮਾਂਤਰੀ ਸਿਹਤ ਪ੍ਰੋਗਰਾਮ ਸ਼੍ਰੇਣੀ ਤਹਿਤ ਪਾਕਿਸਤਾਨ ਨੂੰ $3.2 ਕਰੋੜ ਦਾ ਪ੍ਰਸਤਾਵ ਵੀ ਦਿੱਤਾ ਹੈ।
ਅਮਰੀਕਾ ਵਿੱਚ ਇੱਕ ਭਾਰਤੀ ਵਿਦਿਆਰਥਣ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਭਾਰਤ ਦੀ ਨਾਰਥ ਵੈਸਟ ਮਿਸੂਰੀ ਸਟੇਟ ਯੂਨੀਵਰਸਿਟੀ ਦੇ ਵਿਦਿਆਰਥਣ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਆਪਣੇ ਦੋਸਤ ਨਾਲ ਯਾਤਰੀ ਦੇ ਰੂਪ ਦੇ ਵਿੱਚ ਆਏ ਸੀ ਅਤੇ ਯਾਤਰਾ ਕਰਦੇ ਸਮੇਂ ਉਹ US ਹਾਈਵੇ 71 ਤੇ ਇੱਕ ਦਰਦਨਾਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਦੇ ਇੱਕ ਟ੍ਰੈਫਿਕ ਲਾਈਟ ਦੇ ਖੰਭੇ ਨਾਲ ਟਕਰਾ ਜਾਣ ਤੋਂ ਬਾਅਦ ਸਹਾਇਤੀ ਗੰਭੀਰ ਜ਼ਖਮੀ ਹੋ ਗਈ। ਇਸ ਮਗਰੋਂ ਉਸ ਨੂੰ ਸੈਂਟ ਜੇਸੋਫ ਮਿਸੂਰੀ ਵਿੱਚ ਮੋਜ਼ੇਕ ਲਾਈਫ ਕੇਅਰ ਵਿਖੇ ਐਮਰਜੈਂਸੀ ਦੇਖਭਾਲ ਦੇ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਹਾਇਤੀ ਦੀ ਚਚੇਰੀ ਭੈਣ ਜਾਨਵੀ ਭੇਰੀ ਨੇ GoFundMe ਪੰਨੇ ਤੇ ਲਿਖਿਆ ਕਿ ਸਹਾਇਤੀ ਦੀਆਂ ਮੋਜ਼ੇਕ ਲਾਈਫ ਕੇਅਰ ਵਿੱਚ ਕਈ ਸਰਜਰੀਆਂ ਹੋਈਆਂ ਨੇ ਔਰ ਇਸ ਦੇ ਲਈ ਪੈਸਿਆਂ ਦੀ ਵੀ ਜ਼ਰੂਰਤ ਹੈ। ਨਾਲ ਦੇ ਨਾਲ ਵਰਤਮਾਨ ਵਿੱਚ ਉਹ ICU ਵਿੱਚ ਵੀ ਹੈ। ਭੇਰੀ ਨੇ ਦੱਸਿਆ ਕਿ ਡਾਕਟਰਸ ਹਾਲੇ ਦੱਸ ਨਹੀਂ ਪਾ ਰਹੇ ਕਿ ਉਸ ਦੀਆਂ ਸੱਟਾਂ ਦੀ ਗੰਭੀਰਤਾ ਅਤੇ ਉਸ ਤੇ ਕੀਤੇ ਗਏ ਆਪਰੇਸ਼ਨਸ ਕਾਰਨ ਉਸ ਨੂੰ ਹਸਪਤਾਲ ਤੋਂ ਕਦੋਂ ਛੁੱਟੀ ਦਿੱਤੀ ਜਾ ਸਕਦੀ ਹੈ। ਫਿਲਹਾਲ ਉਸ ਨੂੰ ਠੀਕ ਹੋਣ ਦੇ ਵਿੱਚ ਕਈ ਮਹੀਨੇ ਲੱਗ ਸਕਦੇ ਨੇ। ਫਿਰ ਵੀ ਅਸੀਂ ਉਸ ਦੀ ਸਿਹਤਯਾਬੀ ਦੀ ਉਮੀਦ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ। ਸਾਹਿਤੀ ਇੱਕ ਗ੍ਰੈਜੂਏਟ ਸਟੂਡੈਂਟ ਹੈ ਜਿਸ ਦੇ ਮਾਪੇ ਭਾਰਤ ਵਿੱਚ ਨੇ। ਉਹਨਾਂ ਨੂੰ ਆਪਣੇ ਡਾਕਟਰੀ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਸਹਾਇਤਾ ਦੀ ਲੋੜ ਹੈ। ਹਾਦਸੇ ਦੇ ਕੁਝ ਦਿਨ ਬਾਅਦ ਆਂਧਰਾ ਪ੍ਰਦੇਸ਼ ਦੇ ਇੱਕ 39 ਸਾਲਾ ਵਿਅਕਤੀ ਦੀ ਨਿਊ ਜਰਸੀ ਵਿੱਚ ਇੱਕ ਇੰਟਰਸਿਟੀ ਰੇਲ ਗੱਡੀ ਨਾਲ ਟਕਰਾ ਜਾਣ ਕਾਰਨ ਮੌਤ ਹੋ ਗਈ ਸੀ। ਅਮਰੀਕਾ 'ਚ ਕੋਵਿਡ-19 ਦੀ ਸ਼ੁਰੂਆਤ ਕਿਵੇਂ ਹੋਈ ਸੀ? ਇਸ ਰਾਜ਼ ਤੋਂ ਪਰਦਾ ਉਠਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਅਮਰੀਕੀ ਪ੍ਰਤੀਨਿਧ ਸਭਾ ਨੇ ਸ਼ੁੱਕਰਵਾਰ ਨੂੰ ਕੋਵਿਡ-19 ਦੀ ਉਤਪਤੀ ਬਾਰੇ ਖੁਫੀਆ ਜਾਣਕਾਰੀ ਜਨਤਕ ਕਰਨ ਦੇ ਲਈ ਸਰਬਸੰਮਤੀ ਦੇ ਨਾਲ ਮਨਜ਼ੂਰੀ ਦਿੱਤੀ। ਸਦਨ ਦੇ ਦੋਵੇਂ ਪਾਰਟੀਆਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ। ਇਸ ਘਾਤਕ ਮਹਾਮਾਰੀ ਦੀ ਸ਼ੁਰੂਆਤ ਨੂੰ 3 ਸਾਲ ਪੂਰੇ ਹੋ ਚੁੱਕੇ ਨੇ। ਸਦਨ ਨੇ ਇਸ ਪ੍ਰਸਤਾਵ ਨੂੰ 0 ਦੇ ਮੁਕਾਬਲੇ 419 ਵੋਟਾਂ ਨਾਲ ਮਨਜ਼ੂਰੀ ਦਿੱਤੀ। ਹੁਣ ਇਸ ਨੂੰ ਰਾਸ਼ਟਰਪਤੀ ਜੋ ਬਾਈਡਨ ਦੇ ਕੋਲ ਭੇਜਿਆ ਜਾਏਗਾ ਤਾਂ ਜੋ ਇਸ ਨੂੰ ਕਾਨੂੰਨ ਦਾ ਰੂਪ ਮਿਲ ਸਕੇ। ਇਸ ਪ੍ਰਸਤਾਵ ਤੇ ਚਰਚਾ ਸੰਖੇਪ ਅਤੇ ਇੱਕ ਵਿਸ਼ੇ ਤੇ ਕੇਂਦਰਿਤ ਸੀਗੀ ਕਿ ਅਮਰੀਕੀ ਲੋਕ ਜਾਣਨਾ ਚਾਹੁੰਦੇ ਨੇ ਕਿ ਜਾਨਲੇਵਾ ਵਾਇਰਸ ਕਿਵੇਂ ਸ਼ੁਰੂ ਹੋਇਆ ਅਤੇ ਭਵਿੱਖ ਵਿੱਚ ਅਜਿਹੇ ਪ੍ਰਕੋਪ ਨੂੰ ਰੋਕਣ ਦੇ ਲਈ ਕੀ ਕਦਮ ਚੁੱਕੇ ਜਾ ਸਕਦੇ ਨੇ। ਹਾਊਸ ਕਮੇਟੀ ਦੇ ਚੇਅਰਮੈਨ ਮਾਈਕਲ ਨੇ ਕਿਹਾ ਕਿ ਅਮਰੀਕੀ ਜਨਤਾ ਨੂੰ ਕੋਵਿਡ ਮਹਾਮਾਰੀ ਦੇ ਨਾਲ ਜੁੜੇ ਹਰ ਪਹਿਲੂ ਨੂੰ ਜਾਣਨ ਦਾ ਅਧਿਕਾਰ ਹੈ। ਵਿਸ਼ਵ ਸਿਹਤ ਸੰਗਠਨ ਨੇ ਮਾਰਚ 2020 'ਚ ਕੋਰੋਨਾ ਨੂੰ ਮਹਾਮਾਰੀ ਐਲਾਨਿਆ ਸੀ। US ਖੁਫੀਆ ਏਜੰਸੀਆਂ 'ਚ ਇਸ ਗੱਲ ਨੂੰ ਲੈ ਕੇ ਮਤਭੇਦ ਨੇ ਕਿ ਇਹ ਲੈਬ ਵਿੱਚ ਲੀਕ ਤੋਂ ਪੈਦਾ ਹੋਇਆ ਜਾਂ ਜਾਨਵਰਾਂ ਤੋਂ ਵਾਇਰਸ ਫੈਲਿਆ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੱਕ ਕੋਰੋਨਾ ਵਾਇਰਸ ਮਹਾਮਾਰੀ ਦੇ ਮੂਲ ਕਾਰਨ ਦਾ ਪਤਾ ਨਹੀਂ ਲੱਗ ਸਕੇਗਾ। ਇਸ ਬਿਮਾਰੀ ਕਾਰਨ ਅਮਰੀਕਾ 'ਚ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਿਉਂਕਿ 2022 ਦੇ ਵਿੱਚ ਆਪਣੀ ਭਾਰਤੀ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ਹੁਣ ਤੱਕ ਤੇ ਸਭ ਤੋਂ ਉੱਚੇ ਪੱਧਰ ਨੂੰ ਪਾ ਰਹੀ ਹੈ। ਇਸ ਦੇ ਲਈ ਮੋਦੀ ਸਰਕਾਰ ਨੇ ਸੰਬੰਧਿਤ ਮੰਤਰਾਲਿਆਂ ਨੂੰ ਇਸ ਮੁੱਦੇ ਤੇ ਡੂੰਘਾਈ ਦੇ ਨਾਲ ਵਿਚਾਰ ਕਰਨ ਲਈ ਕਿਹਾ। 2011 'ਚ 1,20,000 ਭਾਰਤੀਆਂ ਨੇ ਵਿਦੇਸ਼ ਵਿੱਚ ਵਸਣ ਦੇ ਲਈ ਨਾਗਰਿਕਤਾ ਛੱਡ ਦਿੱਤੀ ਤਾਂ 2022 ਦੇ ਵਿੱਚ ਇਹ ਗਿਣਤੀ ਲਗਭਗ ਦੁੱਗਣੀ ਹੋ ਕੇ 2,25,000 ਹੋ ਗਈ। ਸਰਕਾਰ ਦੀ ਚਿੰਤਾ ਇਸ ਗੱਲ ਦੀ ਹੈ ਕਿ ਅਮੀਰ ਭਾਰਤੀ ਆਪਣੇ ਦੇਸ਼ ਵਿੱਚ ਨਿਵੇਸ਼ ਕਰਨ ਦੀ ਬਜਾਏ ਨਾਗਰਿਕਤਾ ਲੈ ਕੇ ਵਿਦੇਸ਼ਾਂ 'ਚ ਵਸ ਰਹੇ ਨੇ। ਨਾ ਕੇਵਲ ਉੱਚ ਕੁਸ਼ਲ ਵਿਅਕਤੀ ਅਤੇ ਵਿਦਿਆਰਥੀ ਆਪਣੀ ਭਾਰਤੀ ਨਾਗਰਿਕਤਾ ਛੱਡ ਰਹੇ ਨੇ, ਸਗੋਂ ਵੱਡੀ ਗਿਣਤੀ 'ਚ ਅਮੀਰ ਭਾਰਤੀ ਕਿਤੇ ਹੋਰ ਰਾਸ਼ਟਰੀਅਤਾ ਖਰੀਦ ਰਹੇ ਨੇ। ਜੇਕਰ ਵਿੱਤ ਮੰਤਰਾਲਾ ਤੋਂ ਪ੍ਰਾਪਤ ਰਿਪੋਰਟ ਨੂੰ ਆਧਾਰ ਮੰਨੀਏ ਤਾਂ 100 ਤੋਂ ਵੱਧ ਵਿਅਕਤੀਆਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੀ ਸ਼ੱਕੀ ਨਾਜਾਇਜ਼ ਜਾਇਦਾਦ ਦੇ ਨਾਲ ਦੁਬਈ ਅਤੇ ਮੌਰੀਸ਼ੀਅਸ ਸਮੇਤ ਹੋਰ ਟੈਕਸ ਹੈਵਨ ਦੇਸ਼ਾਂ 'ਚ ਵਸਣ ਦਾ ਬਦਲ ਚੁਣਿਆ ਹੈ। ਕਿਉਂਕਿ ਇਹ ਦੋਵੇਂ ਦੇਸ਼ ਪ੍ਰਧਾਨ ਮੰਤਰੀ ਮੋਦੀ ਦੇ ਬੇਹੱਦ ਅਨੁਕੂਲ ਨੇ, ਇਸ ਦੇ ਲਈ ਸਰਕਾਰ ਜਲਦੀ ਹੀ ਬਿਨਾਂ ਕਿਸੇ ਕਾਨੂੰਨੀ ਰੁਕਾਵਟ ਦੇ ਭਾਰਤ ਵਿੱਚ ਉਹਨਾਂ ਦੀ ਹਾਜ਼ਰੀ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਇਹਨਾਂ 100 ਵਿਅਕਤੀਆਂ ਨੂੰ 2023-24 ਵਿੱਚ ਇਸ ਦਾ ਗਾਸਾ ਪੱਖ ਦਾ ਸਾਹਮਣਾ ਕਰਨ ਦੇ ਲਈ ਵਾਪਸ ਲਿਆਂਦਾ ਜਾ ਸਕਦਾ ਹੈ। ਇਸ ਨਾਲ ਵੋਟਰਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਮਜ਼ਬੂਤ ਸੰਦੇਸ਼ ਜਾਏਗਾ ਕਿ ਮੋਦੀ ਸਰਕਾਰ ਨੇ ਕਾਲੇ ਧਨ ਖਿਲਾਫ ਆਪਣੀ ਕਾਰਵਾਈ ਨੂੰ ਨਹੀਂ ਛੱਡਿਆ ਹੈ। ਭਾਰਤ ਸਰਕਾਰ ਜਾਣਦੀ ਹੈ ਕਿ ਅਮਰੀਕਾ ਜਾਂ ਹੋਰ ਪੱਛਮੀ ਲੋਕਤੰਤਰ ਤੋਂ ਭਾਰਤੀਆਂ ਦਾ ਦੇਸ਼ ਨਿਕਾਲਾ ਕਰਨਾ ਸੌਖਾ ਕੰਮ ਨਹੀਂ ਹੈ। ਇਸ ਲਈ UAE, ਮੌਰੀਸ਼ੀਅਸ ਅਤੇ ਕੁਝ ਹੋਰ ਜਿਵੇਂ ਲੋੜੀਂਦੇ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਲਈ ਵਧੇਰੇ ਮਿੱਤਰ ਦੇਸ਼ਾਂ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਲਾਸ ਏਂਜਲਸ ਪੁਲਿਸ ਵਿਭਾਗ ਦੇ 3 ਅਫਸਰ ਉਸ ਵੇਲੇ ਜ਼ਖਮੀ ਹੋ ਗਏ ਜਦੋਂ ਉਹ ਪੈਰੋਲ ਉੱਪਰ ਰਿਹਾ ਹੋਏ ਇੱਕ ਸ਼ੱਕੀ ਦੀ ਭਾਲ ਵਿੱਚ ਸਨ। ਲਾਸ ਏਂਜਲਸ ਪੁਲਿਸ ਵਿਭਾਗ ਦੇ ਕਮਾਂਡਰ ਸਟੇਸੀ ਸਪੈਲ ਨੇ ਕਿਹਾ ਕਿ ਸ਼ੱਕੀ ਵਿਅਕਤੀ ਇੱਕ ਸ਼ੈੱਡ ਵਿੱਚ ਲੁਕਿਆ ਹੋਇਆ ਸੀ। ਪੁਲਿਸ ਅਫਸਰਾਂ ਨੇ ਉਸ ਨੂੰ ਬਾਹਰ ਆਉਣ ਦੇ ਲਈ ਕਿਹਾ ਪਰ ਸ਼ੱਕੀ ਨੇ ਬਾਹਰ ਆਉਣ ਦੀ ਬਜਾਏ ਪੁਲਿਸ ਉੱਪਰ ਗੋਲੀ ਚਲਾ ਦਿੱਤੀ, ਜਿਸ ਦੌਰਾਨ 3 ਪੁਲਿਸ ਅਫਸਰ ਜ਼ਖਮੀ ਹੋ ਗਏ। ਪੁਲਿਸ ਅਫਸਰਾਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀ ਵੀ ਮਾਰਿਆ ਗਿਆ। ਸਪੈਲ ਨੇ ਕਿਹਾ ਕਿ ਅਜੇ ਇਹ ਸਪਸ਼ਟ ਨਹੀਂ ਹੈ
कि शक्की की मौत किस तरह हुई। ਜ਼ਖਮੀ ਪੁਲਿਸ ਅਫਸਰ ਨੂੰ ਹਸਪੀਟਲ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਪੁਲਿਸ ਵਿਭਾਗ ਦੇ ਅਸਿਸਟੈਂਟ ਚੀਫ ਅਲਫਰੈਡ ਨੇ ਕਿਹਾ ਹੈ, ਉਹਨਾਂ ਦੇ ਅਨੁਸਾਰ ਕਿੰਨੇ ਪੁਲਿਸ ਅਫਸਰਾਂ ਨੇ ਜਵਾਬੀ ਕਾਰਵਾਈ ਦੇ ਦੌਰਾਨ ਗੋਲੀਆਂ ਚਲਾਈਆਂ, ਇਹ ਅਜੇ ਜਾਂਚ ਦਾ ਵਿਸ਼ਾ ਹੈ। ਅਮਰੀਕਾ ਵਿੱਚ ਇੱਕ ਨਵਾਂ ਬੈਂਕਿੰਗ ਸੰਕਟ ਸ਼ੁਰੂ ਹੋ ਗਿਆ। ਸਿਲੀਕਨ ਵੈਲੀ ਬੈਂਕ, ਜੋ ਕਿ ਉੱਥੋਂ ਦੇ ਚੋਟੀ ਦੇ 16 ਬੈਂਕਾਂ ਚੋਂ ਇੱਕ ਹੈ, ਨੂੰ ਰੈਗੂਲੇਟਰ ਦੇ ਦੁਆਰਾ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਤਕਨੀਕੀ ਸਟਾਰਟਅਪਸ ਨੂੰ ਉਧਾਰ ਦੇਣ ਦੇ ਲਈ ਮਸ਼ਹੂਰ SVB ਫਾਈਨੈਂਸ਼ੀਅਲ ਗਰੁੱਪ ਦੇ ਸੰਕਟ ਨੇ शुक्रवार ਨੂੰ ਦੁਨੀਆ ਭਰ ਦੇ ਸਟਾਕ ਬਾਜ਼ਾਰਾਂ 'ਚ ਝਟਕੇ ਭੇਜੇ, ਕਿਉਂਕਿ ਬੈਂਕਿੰਗ ਸੈਕਟਰ ਦੇ ਸਟਾਕਸ ਦੇ ਵਿੱਚ ਗਿਰਾਵਟ ਆਈ। ਅਮਰੀਕਾ ਦੇ ਕੈਲੀਫੋਰਨੀਆ 'ਚ ਸ਼ੁਰੂ ਹੋਏ ਵਿੱਤੀ ਸੰਕਟ ਤੋਂ ਬਾਅਦ ਸਿਲੀਕਨ ਵੈਲੀ ਬੈਂਕ ਵੀ ਮੁਸੀਬਤ ਵਿੱਚ ਹੈ। ਜਮਾਂਕਰਤਾਵਾਂ ਦੇ ਪੈਸੇ ਦੀ ਸੁਰੱਖਿਆ ਦੇ ਲਈ ਸਟੇਟ ਬੈਂਕਿੰਗ ਰੈਗੂਲੇਟਰ ਨੇ ਡੱਬੇ SVB ਨੂੰ ਤੁਰੰਤ ਬੰਦ ਕਰ ਦਿੱਤਾ ਹੈ। ਤਕਨੀਕੀ ਸਟਾਰਟਅਪਸ ਨੂੰ ਕਰਜ਼ਾ ਦੇਣ ਦੇ ਲਈ ਮਸ਼ਹੂਰ SVB ਵਿੱਤੀ ਸਮੂਹ ਦੇ ਸੰਕਟ ਨੇ ਸ਼ੁੱਕਰਵਾਰ ਨੂੰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਹਲਚਲ ਮਚਾ ਦਿੱਤੀ ਹੈ ਤੇ ਬੈਂਕਿੰਗ ਸੈਕਟਰ ਦੇ ਸ਼ੇਅਰਸ ਦੇ ਵਿੱਚ ਗਿਰਾਵਟ ਆਈ ਹੈ। ਰੈਗੂਲੇਟਰ ਨੇ ਇੱਕ ਬਿਆਨ ਜਾਰੀ ਕਰਕੇ ਸੂਚਿਤ ਕੀਤਾ ਕਿ ਫੈਡਰਲ ਡਿਪੋਜ਼ਿਟਰ ਇੰਸ਼ੋਰੈਂਸ ਕਾਰਪੋਰੇਸ਼ਨ ਨੂੰ ਇਸ ਬੈਂਕ ਦਾ ਰਿਸੀਵਰ ਨਿਯੁਕਤ ਕੀਤਾ ਗਿਆ ਹੈ ਤੇ ਬੈਂਕ ਦੀ $210 ਬਿਲੀਅਨ ਦੀ ਜਾਇਦਾਦ ਵੇਚ ਦਿੱਤੀ ਜਾਏਗੀ। FDIC ਬੀਮਤ SVB ਇਸ ਸਾਲ ਅਸਫਲ ਹੋਣ ਵਾਲਾ ਪਹਿਲਾ ਬੈਂਕ ਹੈ। ਇਸ ਤੋਂ ਪਹਿਲਾਂ ਆਖਰੀ FDIC ਬੀਮਤ ਬੈਂਕ ਅਕਤੂਬਰ 2020 ਵਿੱਚ ਢਹਿ ਗਿਆ ਸੀ, ਜਦੋਂ ਅਲਮੇਨਾ ਸਟੇਟ ਬੈਂਕ ਨੇ ਭਵਿੱਖਬਾਣੀ ਕੀਤੀ ਸੀ। FDIC ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਿਲੀਕਨ ਵੈਲੀ ਬੈਂਕ ਦੇ ਸਾਰੇ ਦਫ਼ਤਰ ਅਤੇ ਸ਼ਾਖਾਵਾਂ 13 ਮਾਰਚ ਨੂੰ ਖੁੱਲਣਗੀਆਂ ਅਤੇ ਸਾਰੇ ਬੀਮਾ ਯੁਕਤ ਨਿਵੇਸ਼ਕ ਸੋਮਵਾਰ ਸਵੇਰੇ ਆਪਣੇ ਖਾਤਿਆਂ ਤੱਕ ਪਹੁੰਚ ਕਰ ਸਕਣਗੇ। ਸ਼ੁੱਕਰਵਾਰ ਨੂੰ ਪ੍ਰੀ ਮਾਰਕੀਟ ਵਪਾਰ ਵਿੱਚ SVB ਦੇ ਸ਼ੇਅਰ 66% ਡਿੱਗ ਗਏ। ਭਾਰਤੀ ਮੂਲ ਦੀ 7 ਸਾਲ ਦੀ ਬੱਚੀ ਨੇ ਦੁਨੀਆ ਦੀ ਸਭ ਤੋਂ ਛੋਟੀ ਯੋਗਾ ਇੰਸਟ੍ਰਕਟਰ ਦਾ ਖਿਤਾਬ ਹਾਸਲ ਕੀਤਾ ਹੈ। ਗਿਨੀਜ਼ ਵਰਲਡ ਰਿਕਾਰਡ ਨੇ ਕਿਹਾ ਕਿ ਪ੍ਰਾਣਵੀ ਗੁਪਤਾ 7 ਸਾਲ 165 ਦਿਨ ਦੀ ਸੀ ਜਦੋਂ ਉਸ ਨੂੰ ਦੁਨੀਆ ਦੀ ਸਭ ਤੋਂ ਛੋਟੀ ਯੋਗਾ ਇੰਸਟ੍ਰਕਟਰ ਵਜੋਂ ਪ੍ਰਮਾਣਿਤ ਕੀਤਾ ਗਿਆ। ਉਸਨੇ 3.5 ਸਾਲ ਦੀ ਉਮਰ ਦੇ ਵਿੱਚ ਆਪਣੀ ਮਾਂ ਨਾਲ ਯੋਗ ਅਭਿਆਸ ਕਰਨਾ ਸ਼ੁਰੂ ਕੀਤਾ ਸੀ। 200 ਘੰਟੇ ਦਾ ਸਿਖਲਾਈ ਕੋਰਸ ਪੂਰਾ ਕਰਨ ਤੋਂ ਬਾਅਦ ਉਸ ਨੂੰ ਯੋਗਾ ਅਲਾਇੰਸ ਸੰਸਥਾ ਦੁਆਰਾ ਇੱਕ ਅਧਿਆਪਕ ਵਜੋਂ ਪ੍ਰਮਾਣਿਤ ਕੀਤਾ ਗਿਆ। ਪ੍ਰਾਣਵੀ ਦਾ ਕਹਿਣਾ ਹੈ ਕਿ ਮੈਂ ਯੋਗ ਦੇ ਪਿਆਰ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹਾਂ। ਕੁਝ ਮਹੀਨਿਆਂ ਬਾਅਦ ਉਸਨੇ ਇੱਕ ਯੋਗ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ। ਪ੍ਰਾਣਵੀ ਗੁਪਤਾ ਨੇ ਕਿਹਾ ਕਿ ਮੇਰਾ ਰੈਗੂਲਰ ਸਕੂਲ ਹੋਣ ਕਾਰਨ ਇਹ ਸਫ਼ਰ ਆਸਾਨ ਨਹੀਂ ਸੀ, ਪਰ ਮੇਰੇ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹੀ ਮੈਂ ਸਫਲ ਹੋ ਸਕੀ ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਯੋਗਾ ਅਧਿਆਪਕਾਂ ਦੀ ਸਿਖਲਾਈ ਕੋਰਸ ਦੇ ਲਈ ਯੋਗਤਾ ਪ੍ਰੀਖਿਆ ਨੂੰ ਸਫਲਤਾਪੂਰਵਕ ਪੂਰਾ ਅਤੇ ਪਾਸ ਕੀਤਾ। BBC ਦੀ ਇੱਕ ਰਿਪੋਰਟ ਦੇ ਅਨੁਸਾਰ ਪਿਛਲੇ ਹਫ਼ਤੇ ਮੈਕਸੀਕੋ ਵਿੱਚ ਬੰਦੂਕ ਦੀ ਨੋਕ ਤੇ ਅਗਵਾ ਕੀਤੇ ਗਏ 4 ਅਮਰੀਕੀਆਂ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ ਅਤੇ 2 ਜ਼ਿੰਦਾ ਨੇ। ਇਸ ਦੀ ਜਾਣਕਾਰੀ ਮੈਕਸੀਕੋ ਤੇ ਅਮਰੀਕੀ ਅਧਿਕਾਰੀਆਂ ਨੇ ਦਿੱਤੀ ਹੈ। ਦਰਅਸਲ 4 ਅਮਰੀਕੀ ਨਾਗਰਿਕਾਂ ਨੂੰ ਹਥਿਆਰਬੰਦ ਵਿਅਕਤੀਆਂ ਨੇ 3 ਮਾਰਚ ਨੂੰ ਟੈਕਸਾਸ ਤੋਂ ਸਰਹੱਦ ਪਾਰ ਤੋਂ ਮੈਕਸੀਕੋ ਦੇ ਉੱਤਰ ਪੂਰਬੀ ਸ਼ਹਿਰ ਵਿੱਚ ਡਰਾਈਵਿੰਗ ਕਰਦੇ ਸਮੇਂ ਅਗਵਾ ਕਰ ਲਿਆ ਸੀ। ਇਹਨਾਂ ਚੋਂ ਇੱਕ ਦੇ ਰਿਸ਼ਤੇਦਾਰ ਨੇ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਉਹ ਕਾਸਮੈਟਿਕ ਸਰਜਰੀ ਦੇ ਲਈ ਉੱਥੇ ਗਏ ਸੀ। 24 ਸਾਲਾ ਇੱਕ ਵਿਅਕਤੀ ਜਿਸ ਦਾ ਨਾਮ ਜੌਸ ਐਨ ਹੈ ਅਤੇ ਤਾਮੋਲੀਪਾਸ ਦਾ ਰਹਿਣ ਵਾਲਾ ਹੈ, ਉਸ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। FBI ਨੇ ਪੁਸ਼ਟੀ ਕੀਤੀ ਹੈ ਕਿ 2 ਅਮਰੀਕੀ ਮ੍ਰਿਤਕ ਪਾਏ ਗਏ ਸੀ ਅਤੇ ਬਾਕੀ 2 ਨੂੰ ਇਲਾਜ ਦੇ ਲਈ ਅਮਰੀਕੀ ਹਸਪਤਾਲ ਵਿੱਚ ਲਿਆਂਦਾ ਗਿਆ। FBI ਨੇ ਹਮਲੇ ਦੇ ਦੌਰਾਨ ਬਚੇ ਪੀੜਤਾਂ ਵਿੱਚੋਂ ਇੱਕ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹ ਦੱਸਿਆ ਹੈ ਔਰ ਅਮਰੀਕੀ ਅਕਸਰ ਘੱਟ ਲਾਗਤ ਵਾਲੀਆਂ ਡਾਕਟਰੀ ਸੇਵਾਵਾਂ ਦੇ ਲਈ ਮੈਕਸੀਕੋ ਜਾਂਦੇ ਨੇ, ਜਿੱਥੇ ਥਾਂ ਹਾਲ ਹੀ ਵਿੱਚ ਅਮਰੀਕੀ ਨਾਗਰਿਕਾਂ ਦੀ ਮੌਤ ਹੋਈ ਹੈ। ਮੈਕਸੀਕੋ ਦੇ ਵਿੱਚ ਮਾਟਾਮੋਰੋਸ ਵਰਗੇ ਅਜਿਹੇ ਸਰਹੱਦੀ ਸ਼ਹਿਰ ਸਭ ਤੋਂ ਵੱਧ ਖਤਰਨਾਕ ਨੇ। ਡਰੱਗਸ ਬਣਾਉਣ ਵਾਲੇ ਲੋਕ ਤਾਮੋਲੀਪਾਸ ਸੂਬੇ ਦੇ ਵੱਡੇ ਖੇਤਰਾਂ ਨੂੰ ਨਿਯੰਤਰਿਤ ਕਰਦੇ ਨੇ ਅਤੇ ਅਕਸਰ ਸਥਾਨਕ ਕਾਨੂੰਨ ਵਿਵਸਥਾ ਨਾਲੋਂ ਵਧੇਰੇ ਤਾਕਤਵਰ ਹੁੰਦੇ ਨੇ। ਪਰ ਇਹ ਕਸਬੇ ਹਜ਼ਾਰਾਂ ਅਮਰੀਕੀਆਂ ਲਈ ਅਜਿਹੇ ਪ੍ਰਮੁੱਖ ਸਥਾਨ ਨੇ ਜਿੱਥੇ ਉਹ ਮੈਡੀਕਲ ਸੁਵਿਧਾਵਾਂ ਲੈਣ ਦੇ ਲਈ ਆਉਂਦੇ ਨੇ। ਅਜਿਹੇ ਲੋਕਾਂ ਵਿੱਚੋਂ ਲੋਕ ਵਿਸ਼ੇਸ਼ ਤੌਰ ਤੇ ਸ਼ਾਮਲ ਨੇ ਜੋ ਅਮਰੀਕਾ ਦੇ ਵਿੱਚ ਅਜਿਹੀਆਂ ਮੈਡੀਕਲ ਸੁਵਿਧਾਵਾਂ ਨਹੀਂ ਲੈ ਸਕਦੇ। ਸੰਯੁਕਤ ਰਾਸ਼ਟਰ ਦੇ ਨਸ਼ੀਲੇ ਪਦਾਰਥਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲ ਬੋਰਡ ਨੇ ਕਿਹਾ ਕਿ ਭਾਵੇਂ ਕਿ ਡਾਰਕਨੈਟ ਅਤੇ ਸਮੁੰਦਰੀ ਰਸਤੇ ਨਸ਼ਿਆਂ ਦੀ ਤਸਕਰੀ ਦੇ ਪਸੰਦੀਦਾ ਤਰੀਕਿਆਂ ਵਜੋਂ ਉੱਭਰ ਰਹੇ ਨੇ, ਪਰ ਭਾਰਤ ਅਤੀਤ ਵਿੱਚ ਸਫਲ ਨਹੀਂ ਹੋਇਆ। ਪਿਛਲੇ 5 ਸਾਲਾਂ ਵਿੱਚ ਭਾਰਤ ਵਿੱਚ ਨਸ਼ੇ ਦੀ ਬਰਾਮਦਗੀ ਵਿੱਚ ਮਹੱਤਵਪੂਰਨ ਵਾਧਾ ਹੋਇਆ। ਬੋਰਡ ਨੇ ਵੀਰਵਾਰ ਨੂੰ ਜਾਰੀ ਕੀਤੀ 2022 ਲਈ ਆਪਣੀ ਸਾਲਾਨਾ ਰਿਪੋਰਟ ਵਿੱਚ ਵੱਡੀ ਮਾਤਰਾ 'ਚ ਸਿੰਥੈਟਿਕ ਦਵਾਈਆਂ ਦੇ ਗੈਰ ਕਾਨੂੰਨੀ ਨਿਰਮਾਣ ਦੇ ਨਾਲ ਨਜਿੱਠਣ ਦੇ ਲਈ ਭਾਰਤ ਦੇ ਸਕਾਰਾਤਮਕ ਨਿਯਮ ਦਾ ਵੀ ਨੋਟਿਸ ਲਿਆ। ਰਿਪੋਰਟ ਦੇ ਅਨੁਸਾਰ ਇਸ ਤੋਂ ਪਤਾ ਲੱਗਦਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ
ਦੱਖਣੀ ਰਸਤੇ ਅਤੇ ਅਰਬ ਸਾਗਰ ਰਾਹੀਂ ਫੈਲੀ ਹੈ। ਭਾਰਤ ਨੇ ਦੱਸਿਆ ਕਿ 2021 ਚ ਏਸ਼ੀਆ ਤੋਂ 364 ਕਿਲੋਗ੍ਰਾਮ ਕੋਕੇਨ ਜ਼ਬਤ ਕੀਤੀ ਗਈ ਸੀ। ਮਾਰਚ 2022 ਦੇ ਵਿੱਚ ਕੋਲੰਬੋ ਬੰਦਰਗਾਹ ਤੇ ਸ਼੍ਰੀਲੰਕਾ ਕਸਟਮਜ਼ ਨੇ ਇੱਕ ਕੰਟੇਨਰ ਤੋਂ 350 ਕਿਲੋਗ੍ਰਾਮ ਕੋਕੇਨ ਜ਼ਬਤ ਕੀਤੀ, ਜੋ ਪਨਾਮਾ ਤੋਂ ਬੈਲਜੀਅਮ ਅਤੇ ਦੁਬਈ ਦੇ ਰਸਤੇ ਆਈ ਸੀ ਅਤੇ ਭਾਰਤ ਦੇ ਲਈ ਨਿਰਯਾਤ ਕੀਤੀ ਗਈ ਸੀ। ਏਸ਼ੀਆ ਦੇ 9 ਦੇਸ਼ਾਂ ਨੇ 2020 ਵਿੱਚ ਕੁੱਲ 1.2 ਟਨ ਟਰਾਮਾਡੋਲ ਦੇ ਜ਼ਬਤ ਕੀਤੇ ਜਾਣ ਦੀ ਰਿਪੋਰਟ ਕੀਤੀ ਹੈ। ਇਸ ਵਿੱਚ ਬਹੁਤੀ ਮਾਤਰਾ ਭਾਰਤ ਵਿੱਚ ਜ਼ਬਤ ਕੀਤੀ ਗਈ ਸੀ। ਰਿਪੋਰਟ ਦੇ ਅਨੁਸਾਰ ਭਾਰਤ ਨੇ 2020 ਦੇ ਵਿੱਚ 144 ਕਿਲੋਗ੍ਰਾਮ ਟਰਾਮਾਡੋਲ ਜ਼ਬਤ ਕੀਤੀ ਅਤੇ ਦੱਖਣੀ ਏਸ਼ੀਆ ਦੇ ਹੋਰ ਦੇਸ਼ਾਂ ਨੇ ਮਿਲ ਕੇ 70 ਕਿਲੋਗ੍ਰਾਮ ਜ਼ਬਤ ਕੀਤੇ। ਪਿੰਡ ਫੁੱਲੋ ਮਿੱਠੀ ਵਿਖੇ ਵਿਦੇਸ਼ ਜਾਣ ਦੀ ਚਾਹਤ ਨੇ ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤ ਨਿਕਲ ਲਿਆ। ਬਾਹਰ ਜਾਣ ਦੇ ਅਰਮਾਨ ਪੂਰੇ ਨਾ ਹੁੰਦੇ ਦੇਖ ਕੇ ਨੌਜਵਾਨ ਮਾਨਸਿਕ ਪਰੇਸ਼ਾਨੀ 'ਚ ਰਹਿਣ ਲੱਗ ਪਿਆ ਤੇ ਇਸੇ ਪਰੇਸ਼ਾਨੀ ਕਾਰਨ ਇਸਨੇ ਘਰ 'ਚ ਲੱਗੇ ਦਰਖਤ ਦੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪਿਓ ਦੀ ਵੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਘਰ 'ਚ ਕੇਵਲ ਨੌਜਵਾਨ ਦੀ ਮਾਂ ਰਹਿ ਗਈ ਹੈ। ਇਕੱਤਰ ਜਾਣਕਾਰੀ ਦੇ ਅਨੁਸਾਰ ਆਕਾਸ਼ਦੀਪ ਸਿੰਘ ਪੁੱਤਰ ਜਗਸੀਰ ਸਿੰਘ ਨੇ 12ਵੀਂ ਕਲਾਸ ਦੀ ਪੜ੍ਹਾਈ ਪੂਰੀ ਕਰਕੇ ਕੈਨੇਡਾ ਜਾਣ ਦੇ ਲਈ ਕੋਰਸ ਕੀਤਾ ਹੋਇਆ ਸੀ, ਪਰ ਕਿਸੇ ਕਾਰਨ ਉਹ ਕੈਨੇਡਾ ਨਹੀਂ ਜਾ ਸਕਿਆ, ਜਿਸ ਦੇ ਚਲਦਿਆਂ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ। ਇਸੇ ਪਰੇਸ਼ਾਨੀ 'ਚ ਉਸਨੇ ਆਪਣੇ ਘਰ 'ਚ ਲੱਗੇ ਦਰਖਤ ਦੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਕਾਸ਼ਦੀਪ ਸਿੰਘ ਵੱਲੋਂ ਬਾਹਰ ਜਾਣ ਦੇ ਲਈ ਕੋਰਸ ਕੀਤਾ, ਪਰ ਉਸਦਾ ਵੀਜ਼ਾ ਨਹੀਂ ਲੱਗਿਆ, ਜਿਸ ਕਾਰਨ ਉਹ ਮਾਨਸਿਕ ਪਰੇਸ਼ਾਨ ਰਹਿਣ ਲੱਗਾ ਤੇ ਉਸਨੇ ਇਸੇ ਪਰੇਸ਼ਾਨੀ ਦੇ ਚਲਦਿਆਂ ਦਰਖਤ ਦੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਆਕਾਸ਼ਦੀਪ ਸਿੰਘ ਦੀ ਮਾਂ ਨਸੀਬ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ। ਕੈਨੇਡਾ ਦੇ ਵੱਡੇ ਗਰੋਸਰੀ ਸਟੋਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਮੁਨਾਫਾ ਕਮਾਉਣ ਦੇ ਇਰਾਦੇ ਦੇ ਨਾਲ ਉਹਨਾਂ ਵੱਲੋਂ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਗਿਆ। ਉਹਨਾਂ ਨੇ ਵੀ ਕਿਹਾ ਕਿ ਖਾਣੇ ਦੇ ਨਾਲ ਸੰਬੰਧਿਤ ਵਸਤਾਂ ਤੋਂ ਉਹਨਾਂ ਨੂੰ ਹੋਣ ਵਾਲਾ ਮੁਨਾਫਾ ਘਟ ਹੀ ਰਿਹਾ ਹੈ। ਲੌਬਲਾ ਕਾਸਟ ਲਿਮਿਟਿਡ ਮੈਟਰੋ ਇੰਕ ਤੇ ਐਮਪਾਇਰ ਕੋ ਲਿਮਿਟਿਡ, ਜੋ ਕਿ ਸੋਵੇਸ ਸਫਵੇ ਅਤੇ ਫ੍ਰੈਸਕੋ ਵਰਗੀਆਂ ਚੇਨਸ ਚਲਾਉਂਦੇ ਨੇ, ਦੇ ਸੀਈਓ ਪ੍ਰੈਜ਼ੀਡੈਂਟ ਬੁੱਧਵਾਰ ਨੂੰ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਇਹ ਕਮੇਟੀ ਗਰੋਸਰੀ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦਾ ਅਧਿਐਨ ਕਰ ਰਹੀ ਹੈ। ਵਿੱਤ ਮੰਤਰੀ ਕ੍ਰਿਸਟਰੀਆ ਨੇ ਐਨਡੀਪੀ ਆਗੂ ਜਗਮੀਤ ਸਿੰਘ ਸਮੇਤ ਹੋਰਨਾਂ ਫੈਡਰਲ ਸਿਆਸਤਦਾਨਾਂ ਦੇ ਵੱਲੋਂ ਇਹਨਾਂ ਅਧਿਕਾਰੀਆਂ ਦਾ ਪੱਖ ਜਾਣਨ ਦੇ ਲਈ ਮੰਗ ਕੀਤੀ ਜਾ ਰਹੀ ਸੀ। ਕਮੇਟੀ ਜਾਣਨਾ ਚਾਹੁੰਦੀ ਸੀ ਕਿ ਦਿਨੋਂ ਦਿਨ ਵੱਧ ਰਹੀਆਂ ਗਰੋਸਰੀ ਦੀਆਂ ਕੀਮਤਾਂ ਤੇ ਕੰਪਨੀਆਂ ਨੂੰ ਹੋ ਰਹੇ ਮੁਨਾਫਿਆਂ 'ਚ ਪਾਰਦਰਸ਼ਤਾ ਵਰਤੀ ਜਾਏ। ਤਿੰਨ ਆਗੂਆਂ ਨੇ ਐਮਪੀਸ ਨੂੰ ਦੱਸਿਆ ਕਿ ਇਹ ਆਖਣਾ ਝੂਠ ਹੈ ਕਿ ਖਾਣ ਪੀਣ ਦੀਆਂ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਦੇ ਲਈ ਗਰੋਸਰਜ਼ ਜ਼ਿੰਮੇਵਾਰ ਨੇ। ਉਹਨਾਂ ਨੇ ਆਖਿਆ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਹੋਇਆ ਵਾਧਾ ਗਲੋਬਲ ਸਮੱਸਿਆ ਹੈ। ਐਮਪਾਇਰ ਦੇ ਪ੍ਰੈਜ਼ੀਡੈਂਟ ਨੇ ਸੀਈਓ ਮਾਈਕਲ ਮੈਡਲੀਨ ਨੇ ਆਖਿਆ ਕਿ ਭਾਵੇਂ ਇਸ ਬਾਰੇ ਤੁਸੀਂ ਕਿੰਨੀ ਮਰਜ਼ੀ ਵਾਰੀ ਲਿਖ ਦਿਓ ਜਾਂ ਟਵੀਟ ਕਰ ਦਿਓ, ਪਰ ਹਕੀਕਤ ਇਹ ਨਹੀਂ ਹੈ। 1 ਸਾਲ ਪਹਿਲਾਂ ਦੇ ਮੁਕਾਬਲੇ ਜਨਵਰੀ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ 11.4% ਵੱਧ ਸਨ। ਇਹ 5.9% ਕੁੱਲ ਮਹਿੰਗਾਈ ਦਰ ਨਾਲੋਂ ਦੁੱਗਣੀਆਂ ਨੇ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਔਸਤ ਕਾਰਗੁਜ਼ਾਰੀ ਵਿਖਾਉਣ ਦੇ ਮਾਮਲੇ 'ਚ 2022 ਦੀ ਪਹਿਲੀ ਤਿਮਾਹੀ ਵਿੱਚ ਇਹਨਾਂ ਤਿੰਨੋਂ ਕੰਪਨੀਆਂ ਨੇ ਵੱਧ ਮੁਨਾਫਾ ਕਮਾਇਆ ਦਰਸਾਇਆ। ਇਸ ਸੰਬੰਧੀ ਰਿਪੋਰਟ ਡਲਹੌਜ਼ੀ ਯੂਨੀਵਰਸਿਟੀ ਦੀ ਐਗਰੀ ਫੂਡ ਐਨਾਲਿਸਟਿਕ ਲੈਬ ਵੱਲੋਂ ਵੀ ਜਾਰੀ ਕੀਤੀ ਗਈ। ਇੱਕ ਕੋਕੀਨ ਡੀਲਰ ਦੇ ਮਾਮਲੇ ਦੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਜੱਜ ਨੇ ਇਹ ਪਾਇਆ ਕਿ ਟੋਰਾਂਟੋ ਪੁਲਿਸ ਵੱਲੋਂ ਇਸ ਡੀਲਰ ਦੇ ਵੈਸਟਰਨ ਰੋਡ ਸਥਿਤ ਅਪਾਰਟਮੈਂਟ ਵਿੱਚੋਂ ਬਰਾਮਦ ਕੀਤੀ ਨਕਦੀ ਚੋਂ $6000 ਟੋਰਾਂਟੋ ਪੁਲਿਸ ਵੱਲੋਂ ਹੀ ਚੋਰੀ ਕਰ ਲਏ ਗਏ ਨੇ। ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਲੀਜ਼ ਵਿੱਚ ਜੱਜ ਐਂਡਰਸ ਨੇ ਆਖਿਆ ਕਿ ਉਹ ਇਸ ਗੱਲ ਨੂੰ ਲੈ ਕੇ ਹੈਰਾਨ ਨੇ ਕਿ ਜਾਂਚ ਕਰ ਰਹੇ ਇੱਕ ਜਾਂ ਵਧੇਰੇ ਪੁਲਿਸ ਅਧਿਕਾਰੀਆਂ ਵੱਲੋਂ ਹੀ ਪੈਸਾ ਚੋਰੀ ਕਰ ਲਿਆ ਗਿਆ। ਇਸ ਦੌਰਾਨ ਬੁੱਧਵਾਰ ਨੂੰ ਡਿਫੈਂਸ ਲਾਇਰ ਕੇਮ ਸ਼ੋਫੀਲਡ ਨੇ ਆਖਿਆ ਕਿ ਇਸ ਮਾਮਲੇ ਵਿੱਚ ਕੇਵਲ ਨਿਆਂ ਪ੍ਰਬੰਧ ਨੇ ਹੀ ਉਸੇ ਤਰ੍ਹਾਂ ਕੰਮ ਕੀਤਾ ਹੈ ਜਿਸ ਤਰ੍ਹਾਂ ਉਸ ਨੂੰ ਕਰਨਾ ਚਾਹੀਦਾ ਸੀ, ਕਿਉਂਕਿ ਬਾਕੀ ਕੁਝ ਤਾਂ ਕੰਮ ਨਹੀਂ ਕਰ ਸਕਿਆ। ਜ਼ਿਕਰਯੋਗ ਹੈ ਕਿ ਟੋਰਾਂਟੋ ਪੁਲਿਸ ਦੇ ਅਧਿਕਾਰੀਆਂ ਵੱਲੋਂ 6 ਫੈਬਰਵਰੀ 2019 ਨੂੰ ਐਂਡਰਿਓ ਰੋਚਾ ਦੇ ਅਪਾਰਟਮੈਂਟ ਵਿੱਚ ਛਾਪਾ ਮਾਰਿਆ ਗਿਆ। ਇੱਥੇ ਉਹਨਾਂ ਨੂੰ $19,390 ਦੀ ਨਕਦੀ ਤੋਂ ਅੱਧਾ ਕਿਲੋ ਕੋਕੀਨ ਬਰਾਮਦ ਹੋਈ। ਬਾਅਦ ਵਿੱਚ ਰੋਚਾ ਨੇ ਆਖਿਆ ਕਿ ਉਸ ਦੀ ਰਿਹਾਇਸ਼ ਵਿੱਚ ਮਾਰੇ ਗਏ ਛਾਪੇ ਤੋਂ ਲੈ ਕੇ ਰਕਮ ਨੂੰ ਪੁਲਿਸ ਸਟੇਸ਼ਨ ਲਿਜਾਏ ਜਾਣ ਦਰਮਿਆਨ $6000 ਦੀ ਨਕਦੀ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ।
ਸ਼ੋਫੀਲਡ ਨੇ ਆਖਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਰੋਚਾ ਦੇ ਘਰ ਵਿੱਚ ਜਿਸ ਨਗਦੀ ਨਾਲ ਤਸਵੀਰਾਂ ਲਈਆਂ ਗਈਆਂ ਸੀ ਉਹਨਾਂ ਦੀ ਮਾਤਰਾ ਜ਼ਿਆਦਾ ਸੀ, ਪਰ ਜਿਹੜੇ ਬੰਡਲ ਪੁਲਿਸ ਸਟੇਸ਼ਨ ਪਹੁੰਚੇ ਉਹ ਮੁਕਾਬਲਤਨ ਘੱਟ ਸਨ। ਇਸ ਲਈ ਅਜਿਹਾ ਕਰਕੇ ਪੁਲਿਸ ਅਧਿਕਾਰੀ ਆਪ ਹੀ ਫਸ ਗਏ। ਜੱਜ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕਿੰਨੀ ਰਕਮ ਲਾਪਤਾ ਹੈ, ਪਰ ਉਹਨਾਂ ਨੇ ਇਹ ਜ਼ਰੂਰ ਸਵੀਕਾਰ ਕੀਤਾ ਹੈ ਕਿ ਫੋਟੋਆਂ ਦੇ ਮੁਤਾਬਕ ਅਧਿਐਨ ਤੋਂ ਬਾਅਦ $6000 ਦੇ ਨੇੜੇ ਤੇੜੇ ਲਾਪਤਾ ਹੈ। ਸ਼ੋਫੀਲਡ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਟੋਰਾਂਟੋ ਦੀ ਪੁਲਿਸ ਪ੍ਰੋਫੈਸ਼ਨਲ ਸਟੈਂਡਰਡਸ ਯੂਨਿਟ ਦੇ ਨਾਲ ਸੰਪਰਕ ਕਰਨ ਵਰਗਾ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ 3 ਸਾਲ ਬਾਅਦ ਸਿੱਖਾਂ ਦੇ ਵਿਸਾਖੀ ਨੂੰ ਸਮਰਪਿਤ 2 ਵੱਡੇ ਧਾਰਮਿਕ ਸਮਾਗਮ ਹੋਣ ਜਾ ਰਹੇ ਨੇ, ਜਿਨ੍ਹਾਂ ਵਿੱਚ ਦੇਸ਼ ਵਿਦੇਸ਼ ਤੋਂ 7 ਲੱਖ ਤੋਂ ਵੱਧ ਸੰਗਤ ਪੁੱਜਣ ਦੀ ਉਮੀਦ ਹੈ। ਪਹਿਲਾ ਧਾਰਮਿਕ ਸਮਾਗਮ ਵੈਨਕੂਵਰ ਵਿੱਚ ਹੋਏਗਾ, ਜਿੱਥੇ ਖਾਲਸਾ ਦੀਵਾਨ ਸੁਸਾਇਟੀ ਵੱਲੋਂ 15 ਅਪ੍ਰੈਲ ਨੂੰ ਵਿਸਾਖੀ ਪਰੇਡ ਕੱਢੀ ਜਾਏਗੀ। ਫੈਡਰਲ ਤੇ ਹੋਰ ਕੈਨੇਡੀਅਨ ਸੂਬਿਆਂ ਮਗਰੋਂ ontario ਨੇ ਵੀ ਆਪਣੇ ਸਾਰੇ ਸਰਕਾਰੀ ਮੋਬਾਈਲਾਂ ਤੇ ਟਿਕਟੌਕ ਐਪ ਬੈਨ ਕਰ ਦਿੱਤੀ ਹੈ। ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਵਾਲੀ ਪੀਸੀ ਪਾਰਟੀ ਵੱਲੋਂ ਟ੍ਰੈਜਰੀ ਬੋਰਡ ਦੇ ਪ੍ਰਧਾਨ ਪ੍ਰਭਮੀਤ ਸਿੰਘ ਸਰਕਾਰੀਆ ਨੇ ਇਸ ਸੰਬੰਧੀ ਬਿਆਨ ਜਾਰੀ ਕੀਤਾ। ਮਿਸੀਸਾਗਾ ਤੇ ਬਰੈਂਪਟਨ ਦੇ ਹਾਈ ਸਕੂਲਾਂ ਖਿਲਾਫ ਆਨਲਾਈਨ ਧਮਕੀਆਂ ਦੇਣ ਦੇ ਵੱਖ-ਵੱਖ ਮਾਮਲਿਆਂ ਦੇ ਲਈ 2 ਟੀਨੇਜਰਸ ਨੂੰ ਚਾਰਜ ਕੀਤਾ ਗਿਆ। ਆਨਲਾਈਨ ਮਿਲ ਰਹੀਆਂ ਧਮਕੀਆਂ ਦੀ ਜਾਂਚ ਦੇ ਲਈ ਪੀਲ ਰੀਜਨਲ ਪੁਲਿਸ ਅਧਿਕਾਰੀਆਂ ਨੇ ਵੀਰਵਾਰ ਨੂੰ ਸਵੇਰੇ 8:45 ਤੇ ਮਿਸੀਸਾਗਾ ਵਿੱਚ ਲਿੰਕਨ ਅਲੈਗਜ਼ੈਂਡਰ ਸੈਕੰਡਰੀ ਸਕੂਲ ਵਿੱਚ ਸੱਦਿਆ ਗਿਆ। ਜਾਂਚਕਾਰਾਂ ਨੇ ਇੱਕ ਮਸ਼ੂਕ ਦੀ ਪਛਾਣ ਕਰ ਲਈ ਹੈ ਤੇ ਮਿਸੀਸਾਗਾ ਦੀ ਇੱਕ 16 ਸਾਲਾ ਲੜਕੀ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰ ਤੇ ਚਾਰਜ ਕੀਤਾ ਹੈ। CN ਰੇਲ ਦੇ ਨਾਲ ਕੰਟਰੈਕਟ ਸੰਬੰਧੀ ਗੱਲਬਾਤ ਕਰ ਰਹੀਆਂ 2 ਯੂਨੀਅਨਸ ਵੱਲੋਂ ਹੜਤਾਲ ਦੇ ਪੱਖ ਵਿੱਚ ਵੋਟ ਪਾਈ ਗਈ ਹੈ। ਪਿਛਲੇ ਮਹੀਨੇ ਰੇਲਵੇ ਨਾਲ ਕੰਟਰੈਕਟ ਸੰਬੰਧੀ ਗੱਲਬਾਤ ਟੁੱਟਣ ਤੋਂ ਬਾਅਦ ਯੂਨੀਫੋਰਡ ਲੋਕਲ 100 ਤੇ ਯੂਨੀਫੋਰਡ ਕਾਉਂਸਲ 4000 ਵੱਲੋਂ ਹੜਤਾਲ ਦੇ ਪੱਖ ਵਿੱਚ ਕ੍ਰਮਵਾਰ 98% ਤੇ 97% ਵੋਟਸ ਪਾਈਆਂ ਗਈਆਂ। 3000 ਕਾਮਿਆਂ ਦੀ ਅਗਵਾਈ ਕਰਨ ਵਾਲੀਆਂ ਇਹਨਾਂ ਯੂਨੀਅਨਸ ਦੇ ਨਾਲ ਕੰਟਰੈਕਟ ਸੰਬੰਧੀ ਰੇਲਵੇ ਦੀ ਗੱਲਬਾਤ ਪਿਛਲੇ ਸਾਲ ਦੇ ਅੰਤ ਵਿੱਚ ਟੁੱਟੀ। ਯੂਨੀਫੋਰਡ ਨੇ ਦੱਸਿਆ ਕਿ CN ਦੇ ਨਾਲ ਪਿਛਲੇ ਸਾਲ ਅਕਤੂਬਰ 2022 ਤੋਂ ਉਸਤੇ ਗੱਲਬਾਤ ਸੰਬੰਧੀ 5 ਸੈਸ਼ਨ ਹੋਏ। ਯੂਨੀਫੋਰਡ ਦੇ ਅਸਿਸਟੈਂਟ ਟੂ ਦ ਨੈਸ਼ਨਲ ਆਫਿਸਰਸ ਬਰੂਸ ਸਨੋ ਨੇ ਆਖਿਆ ਕਿ ਹੁਣ ਦੋਵੇਂ ਧਿਰਾਂ 13 ਮਾਰਚ ਨੂੰ ਮੌਂਟਰੀਅਲ ਦੇ ਵਿੱਚ ਇਸ ਸੰਬੰਧ ਵਿੱਚ ਗੱਲਬਾਤ ਕਰਨਗੀਆਂ। ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਆਸ ਹੈ ਕਿ ਉਸ ਦਿਨ ਨਵੀਂ ਡੀਲ ਸਿਰੇ ਚੜ੍ਹ ਜਾਏਗੀ, ਨਹੀਂ ਤਾਂ ਹੜਤਾਲ ਤੋਂ ਬਿਨਾਂ ਉਹਨਾਂ ਦੇ ਕੋਲ ਹੋਰ ਕੋਈ ਬਦਲ ਨਹੀਂ ਬਚੇਗਾ। ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੇ ਦਾਅਵਾ ਕੀਤਾ ਹੈ ਕਿ ਉਸਦੇ ਕੋਲ ਪੈਸਾ ਨਹੀਂ ਹੈ ਤੇ 1,50,000 ਪਾਉਂਡ ਤੋਂ ਵੱਧ ਦੀ ਰਾਸ਼ੀ ਦਾ ਜੁਰਮਾਨਾ ਭਰਨ ਦੇ ਲਈ ਉਸਨੂੰ ਪੈਸਾ ਉਧਾਰ ਲੈਣਾ ਪੈ ਰਿਹਾ। ਨੀਰਵ ਮੋਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਭਾਰਤ 'ਚ ਲੋੜੀਂਦਾ ਹੈ। ਨੀਰਵ ਮੋਦੀ ਪਿਛਲੇ ਸਾਲ ਅੰਦਾਜ਼ਨ $2 ਅਰਬ ਦੇ ਪੰਜਾਬ ਨੈਸ਼ਨਲ ਬੈਂਕ ਕਰਜ਼ ਘੁਟਾਲਾ ਮਾਮਲੇ ਦੇ ਵਿੱਚ ਭਾਰਤ ਹਵਾਲੇ ਕੀਤੇ ਜਾਣ ਖਿਲਾਫ ਬ੍ਰਿਟੇਨ ਦੀ ਸਰਵਉੱਚ ਅਦਾਲਤ 'ਚ ਆਪਣੀ ਕਾਨੂੰਨੀ ਲੜਾਈ ਹਾਰ ਗਿਆ ਸੀ। ਇਸ ਸਮੇਂ ਨੀਰਵ ਦੱਖਣ ਪੱਛਮੀ ਲੰਡਨ ਵਿੱਚ ਵੈਂਟਸਵਰਥ ਜੇਲ੍ਹ ਵਿੱਚ ਬੰਦ ਹੈ, ਜਿੱਥੇ ਉਹ ਵੀਰਵਾਰ ਨੂੰ ਪੂਰਬੀ ਲੰਡਨ ਦੇ ਵਿੱਚ ਵਾਰਕਿੰਗ ਸਾਈਡ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਸੁਣਵਾਈ ਦੇ ਲਈ ਵੀਡੀਓ ਲਿੰਕ ਰਾਹੀਂ ਪੇਸ਼ ਹੋਏ। ਲੰਡਨ ਦੀ ਹਾਈ ਕੋਰਟ ਨੇ ਉਹਨਾਂ ਨੂੰ ਆਪਣੀ ਹਵਾਲਗੀ ਦੀ ਅਪੀਲ ਦੇ ਲਈ ਲਾਗਤ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ, ਜੋ ਹੁਣ ਤੱਕ ਬਕਾਇਆ ਹੈ। ਅਧਿਕਾਰੀਆਂ ਦੇ ਮੁਤਾਬਕ ਅਦਾਲਤੀ ਜੁਰਮਾਨੇ ਦੇ ਲਈ ਇੱਕ ਪ੍ਰਕਿਰਿਆਤਮਕ ਸੁਣਵਾਈ ਦੇ ਵਿੱਚ ਮੈਜਿਸਟ੍ਰੇਟ ਨੇ 6 ਮਹੀਨੇ ਚੋਣ ਵਾਲੀ ਸਮੀਖਿਆ ਸੁਣਵਾਈ ਤੋਂ 1 ਮਹੀਨਾ ਪਹਿਲਾਂ 10,000 ਪਾਉਂਡ ਦਾ ਭੁਗਤਾਨ ਕਰਨ ਦੀ ਆਗਿਆ ਦਿੱਤੀ। ਇਹ ਪੁੱਛ ਜਾਣ ਤੇ ਕਿ ਉਹ ਰਾਸ਼ੀ ਦਾ ਪ੍ਰਬੰਧ ਕਿਵੇਂ ਕਰਨਾ ਚਾਹੁੰਦਾ ਹੈ ਤਾਂ ਨੀਰਵ ਨੇ ਅਦਾਲਤ ਨੂੰ ਦੱਸਿਆ ਕਿ ਉਹ ਪੈਸੇ ਉਧਾਰ ਲੈ ਰਹੇ ਨੇ ਕਿਉਂਕਿ ਉਹਨਾਂ ਦੇ ਕੋਲ ਲੋੜੀਂਦਾ ਫੰਡ ਨਹੀਂ ਹੈ ਤੇ ਹਵਾਲਗੀ ਦੀ ਕਾਰਵਾਈ ਦੇ ਦੌਰਾਨ ਭਾਰਤ ਵਿੱਚ ਉਹਨਾਂ ਦੀ ਸੰਪਤੀ ਜ਼ਬਤ ਕਰ ਲਈ ਗਈ ਹੈ। ਪਾਕਿਸਤਾਨ ਤੋਂ ਆਏ ਦਿਨ ਘੱਟ ਗਿਣਤੀਆਂ ਭਾਈਚਾਰਿਆਂ ਤੇ ਜ਼ੁਲਮ ਨੂੰ ਲੈ ਕੇ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਸਿੱਖ, ਹਿੰਦੂ ਤੇ ਈਸਾਈ ਭਾਈਚਾਰਿਆਂ ਦੇ ਨਾਲ ਸੰਬੰਧਿਤ ਧਾਰਮਿਕ ਸਥਾਨਾਂ ਦਾ ਸਹੀ ਤਰ੍ਹਾਂ ਦੇ ਨਾਲ ਰੱਖ ਰਖਾਅ ਨਹੀਂ ਕੀਤਾ ਜਾਂਦਾ। ਇਸੇ ਦਰਮਿਆਨ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਦੀ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ। ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੋਨੇ ਦਾ ਛਤਰ ਚੋਰੀ ਹੋ ਗਿਆ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਇਵੈਕੂਏਟ ਟਰਸਟ ਪ੍ਰਾਪਰਟੀ ਬੋਰਡ ਨੇ ਕਾਰਵਾਈ ਕਰਦਿਆਂ ਤਾਇਨਾਤ 2 ਸੀਨੀਅਰ ਸੁਰੱਖਿਆ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ 2 ਤੋਲੇ ਦਾ ਸੋਨੇ ਦਾ ਛਤਰ ਸ਼ਰਧਾ ਭਾਵਨਾ ਦੇ ਨਾਲ ਤਰਨਤਾਰਨ ਤੋਂ ਆਈ ਸਿੱਖ ਸੰਗਤ ਵੱਲੋਂ ਅਮਰੀਕ ਸਿੰਘ ਪ੍ਰਧਾਨ ਨੂੰ ਭੇਂਟ ਕੀਤਾ ਗਿਆ ਸੀ। ਉਹਨਾਂ ਨੇ ਛਤਰ ਭੇਂਟ ਕਰਦਿਆਂ ਦੱਸਿਆ ਕਿ ਉਹਨਾਂ ਦੇ ਵੱਡੇ ਵਡੇਰੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਸਨ ਅਤੇ ਉਹਨਾਂ ਵੱਲੋਂ ਇਸੇ ਤਰ੍ਹਾਂ ਦਾ ਸੋਨੇ ਦਾ ਛਤਰ ਅੱਗੇ ਪਿੱਛੇ ਹੋ ਗਿਆ, ਜਿਸ ਤੇ ਅਸੀਂ ਸ਼ਰਧਾ ਭਾਵਨਾ ਦੇ ਨਾਲ ਇਹ ਛਤਰ ਲੈ ਕੇ ਆਏ ਹਾਂ।
ਡਿਊਕ ਐਂਡ ਡਚੈਸ ਆਫ ਸਸੈਕਸ ਰਾਜਕੁਮਾਰ ਹੈਰੀ ਅਤੇ ਮੇਗਨ ਮਰਕਲ ਦੇ ਬੱਚਿਆਂ ਨੂੰ ਸ਼ਾਹੀ ਉਪਾਧੀ ਦਿੰਦਿਆਂ ਬੰਗਿੰਘਮ ਪੈਲੇਸ ਦੀ ਵੈਬਸਾਈਟ ਤੇ ਸ਼ਾਹੀ ਉਪਾਧੀ ਧਾਰਕਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਅਤੇ ਉਹਨਾਂ ਨੂੰ ਰਸਮੀ ਤੌਰ ਤੇ ਸਸੈਕਸ ਦੇ ਪ੍ਰਿੰਸ ਅਰਚੀ ਅਤੇ ਸਸੈਕਸ ਦਾ ਰਾਜਕੁਮਾਰੀ ਲਿਲੀਬੇਟ ਦੇ ਰੂਪ ਦੇ ਵਿੱਚ ਜਾਣਿਆ ਜਾਏਗਾ। ਸ਼ਾਹੀ ਪਰਿਵਾਰ ਦੀ ਵੈਬਸਾਈਟ ਤੇ ਉੱਤਰਾਧਿਕਾਰੀ ਸੂਚੀ ਨੂੰ ਅਪਡੇਟ ਕੀਤਾ ਗਿਆ ਜਦੋਂ ਹੈਰੀ ਅਤੇ ਮੇਗਨ ਨੇ ਪਹਿਲੀ ਵਾਰ ਆਪਣੀ ਬੇਟੀ ਲਿਲੀ ਨੂੰ ਅਮਰੀਕਾ 'ਚ ਨਾਮਕਰਨ ਸਮਾਰੋਹ ਤੋਂ ਬਾਅਦ ਰਾਜਕੁਮਾਰੀ ਦੇ ਰੂਪ ਵਿੱਚ ਪੇਸ਼ ਕੀਤਾ ਸੀ। ਪਹਿਲਾਂ ਉਹਨਾਂ ਦੇ ਬੇਟੇ ਮਾਸਟਰ ਆਰਚੀ ਮਾਊਂਟਬੇਟਨ ਵਿੰਸਟਰ ਅਤੇ ਮਿਸ ਲਿਲੀਬੇਟ ਮਾਊਂਟਬੇਟਨ ਵਿੰਸਟਰ ਵੱਲੋਂ ਸੂਚੀ 'ਚ ਸ਼ਾਮਲ ਕੀਤਾ ਗਿਆ। ਬਰਤਾਨੀਆ ਦੀ ਰਾਜਸ਼ਾਹੀ ਉਪਾਧੀ ਦੇ ਨਿਯਮਾਂ ਦੇ ਅਨੁਸਾਰ ਆਰਚੀ ਅਤੇ ਲਿਲੀਬੇਟ ਜਨਮ ਸਮੇਂ ਰਾਜਕੁਮਾਰ ਅਤੇ ਰਾਜਕੁਮਾਰੀ ਨਹੀਂ ਬਣਾਏ ਗਏ ਸੀ। ਇਸ ਤੋਂ ਪਹਿਲਾਂ ਉਹ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਪੜਪੋਤੇ ਪੜਪੋਤੀ ਹੀ ਸਨ, ਪਰ ਜਦੋਂ ਉਹਨਾਂ ਨੇ ਦਾਦਾ ਮਹਾਰਾਜਾ ਚਾਰਲਸ ਤੀਜੇ ਨੇ ਬਰਤਾਨਵੀ ਸਿੰਘਾਸਨ ਦੀ ਕਮਾਨ ਸੰਭਾਲੀ ਤਾਂ ਉਹਨਾਂ ਨੂੰ ਖੁਦ ਬ ਖੁਦ ਆਪਣੀ ਉਪਾਧੀ ਦਾ ਅਧਿਕਾਰ ਪ੍ਰਾਪਤ ਹੋ ਗਿਆ। रूस ने इस हफ्ते एक व्यक्ति ਨੂੰ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਹੈ। ਉਸ ਦੀ ਸੁਣਵਾਈ ਕੁਝ ਦਿਨ ਵਿੱਚ ਸ਼ੁਰੂ ਹੋਏਗੀ। ਅਲੈਕਸੀ ਮੋਸਕਾਲੇਵ ਨਾਮ ਦੇ ਇਸ ਬੰਦੇ ਦਾ ਗੁਨਾਹ ਸਿਰਫ ਇਹ ਸੀਗਾ ਕਿ ਉਸ ਦੀ ਧੀ ਨੇ ਯੂਕਰੇਨ ਜੰਗ ਦਾ ਵਿਰੋਧ ਕਰਦੀ ਪੇਂਟਿੰਗ ਬਣਾਈ ਸੀ, ਜਿਸ ਤੋਂ ਬਾਅਦ ਦੋਵੇਂ ਪਿਓ ਧੀ ਖਿਲਾਫ ਰੂਸੀ ਫੌਜ ਦਾ ਅਪਮਾਨ ਕਰਨ ਦਾ ਮਾਮਲਾ ਦਰਜ ਕਰਨਾ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਪੁਤਿਨ ਦੀ ਪੁਲਿਸ ਨੇ ਉਸ ਕੋਲੋਂ 32,000 ਰੂਬਲ ਦਾ ਜੁਰਮਾਨਾ ਵੀ ਬਰਾਮਦ ਕੀਤਾ ਹੈ। ਉਸ ਨੂੰ ਦੱਸਿਆ ਗਿਆ ਹੈ ਕਿ ਉਹ ਆਪਣੀ ਧੀ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਨਹੀਂ ਕਰ ਰਿਹਾ ਸੀ। ਜਾਂਚ ਏਜੰਸੀ ਨੇ ਯੂਕਰੇਨ ਜੰਗ ਤੇ ਉਹਨਾਂ ਦੀਆਂ ਟਿੱਪਣੀਆਂ ਦੀ ਤੁਲਨਾ ਬਲਾਤਕਾਰ ਦੇ ਅਪਰਾਧ ਨਾਲ ਕੀਤੀ ਹੈ। ਪਿਛਲੇ ਸਾਲ ਜੰਗ ਸ਼ੁਰੂ ਹੋਣ ਤੋਂ ਸਿਰਫ 2 ਮਹੀਨੇ ਬਾਅਦ ਅਪ੍ਰੈਲ ਵਿੱਚ ਅਲੈਕਸੀ ਦੀ ਧੀ ਨੇ ਸਕੂਲ ਨੂੰ ਰੂਸ ਦੀ ਜੰਗ ਦਾ ਸਮਰਥਨ ਕਰਨ ਵਾਲੀ ਇੱਕ ਪੇਂਟਿੰਗ ਬਣਾਉਣ ਦੇ ਲਈ ਕਿਹਾ ਸੀ। ਇਸ ਤੇ ਅਲੈਕਸੀ ਦੀ ਧੀ ਮਾਸ਼ਾ ਨੇ ਇੱਕ ਪੇਂਟਿੰਗ ਬਣਾਈ ਜੋ ਜੰਗ ਦੇ ਖਿਲਾਫ ਸੀ। ਮਾਸ਼ਾ ਨੇ ਪੇਂਟਿੰਗ ਵਿੱਚ ਇੱਕ ਬੱਚੇ ਦੀ ਅਤੇ ਉਸ ਦੀ ਮਾਂ ਨੂੰ ਦਿਖਾਇਆ। ਇਸ ਤੇ ਲਿਖਿਆ ਸੀਗਾ ਕਿ ਕੋਈ ਜੰਗ ਨਹੀਂ ਹੋਣੀ ਚਾਹੀਦੀ। ਯੂਕਰੇਨ ਦੇ ਸਮਰਥਨ ਵਿੱਚ ਨਾਅਰੇ ਵੀ ਲਿਖੇ ਹੋਏ ਸੀ। ਇੱਕ ਦਿਨ ਬਾਅਦ ਮਾਸ਼ਾ ਦੇ ਅਧਿਆਪਕਾਂ ਨੇ ਅਲੈਕਸੀ ਨੂੰ ਸਕੂਲ ਬੁਲਾਇਆ। ਦੋਵੇਂ ਧੀ ਨੂੰ ਕਾਰ 'ਚ ਬਿਠਾ ਕੇ ਪੁੱਛਗਿੱਛ ਦੇ ਲਈ ਲੈ ਗਏ। ਰੂਸ ਵਿੱਚ ਜੰਗ ਦੀ ਆਲੋਚਨਾ ਨੂੰ ਰੋਕਣ ਦੇ ਲਈ ਪੁਤਿਨ ਹਰ ਤਰ੍ਹਾਂ ਦੇ ਨਾਲ ਪਾਬੰਦੀਆਂ ਲਗਾ ਰਿਹਾ ਹੈ। ਅਲੈਕਸੀ ਵੀ ਇਸ ਦਾ ਸ਼ਿਕਾਰ ਹੋ ਗਿਆ ਹੈ। ਸਥਾਨਕ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਧੀ ਮਾਸ਼ਾ ਨੂੰ ਕੇਅਰ ਸੈਂਟਰ ਭੇਜ ਦਿੱਤਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦੀ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।